कहाँ बुद्ध प्रभ तुष हमारी, बरन सकै महिमा जो तिहारी। हम ना सकत कर सिफत तुम्हारी, आप लिहो तुम कथा सुधारी। जिसमें अमृत ज्ञान है मानक भगत बैराग, श्री गुरु ग्रंथ साहिब उदत बंदो कर अनुराग। जेता जियो पिंड सब तेरा, तू अंतर जामे पुरख भगवान। दासन दास कह जन नानक, जिहा तू कराए तिहा हों करी बखिया। दासन दास कह जन नानक, जिहा तू कराए तिहा हों करी बखिया। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ, ਆਓ ਕੁਝ ਕਹਿਣ ਤੇ ਕੁਝ ਸੁਣਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਗੁਰ ਸਿੱਖਾਂ ਵਾਲੀ ਸਾਂਝ ਨੂੰ ਪੂਰਾ ਕਰੀਏ ਜੀ। ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਸ਼ਮਸ਼ੇਰੇ ਬਹਾਦਰ ਸਰਬੰਸ ਦਾਨੀ ਮਹਾਬਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੇ ਵਿੱਚੋਂ ਇੱਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ ਹਾਂ। ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਵੀਆਂ ਦੇ ਸਰਤਾਜ ਨੇ। ਸਤਿਗੁਰੂ ਜੀ 52 ਕਵੀ ਆਪਣੇ ਨਾਲ ਰੱਖਦੇ ਨੇ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ ਸੁਣਦੇ ਹਨ। ਅਤੇ ਪਾਤਸ਼ਾਹ ਜੀ ਆਪ ਵੀ ਬਹੁਤ ਅਜੀਮ ਰਚਨਾਵਾਂ ਉਚਾਰਨ ਕਰਦੇ ਨੇ। ਉਹ ਮਹਾਨ ਰਚਨਾਵਾਂ ਜਿਹੜੀਆਂ ਕਿ ਆਪਾਂ ਦਸਮ ਗ੍ਰੰਥ ਤੇ ਸਰਬਲੋਹ ਦੇ ਗ੍ਰੰਥ ਦੇ ਰੂਪ ਵਿੱਚ ਸਰਵਣ ਕਰਦੇ ਹਾਂ। ਜਾਪ ਸਾਹਿਬ ਦੀ ਇਲਾਹੀ ਬਾਣੀ, ਸਵਈਏ ਚੌਪਈ, ਜੋ ਆਪਾਂ ਗੁਰੂ ਸਾਹਿਬ ਜੀ ਦੀ ਅਕਾਲ ਉਸਤਤ ਹੋਰ ਬੇਅੰਤ ਬਾਣੀਆਂ ਸਰਵਣ ਕਰਦੇ। ਸਤਿਗੁਰੂ ਜੀ ਦੀ ਰਚਨਾਵਾਂ ਪਾਤਸ਼ਾਹ ਜੀ ਪਾਉਂਟਾ ਸਾਹਿਬ ਦੀ ਧਰਤੀ 'ਤੇ ਇਹ ਰਚਨਾ ਕੀਤੀਆਂ ਨੇ। 52 ਕਵੀਆਂ ਦਾ ਉੱਥੇ ਹੀ ਕਵੀ ਦਰਬਾਰ ਸੰਮੇਲਨ ਸਤਿਗੁਰੂ ਜੀ ਕਰਵਾਉਂਦੇ ਸਨ। ਆਓ ਅੱਜ ਸਤਿਗੁਰਾਂ ਦੇ ਇਤਿਹਾਸ ਵਿੱਚੋਂ ਇੱਕ ਘਟਨਾ ਸਾਂਝੀ ਕਰਨ ਲੱਗੇ ਹਾਂ ਕਿ ਪਾਤਸ਼ਾਹ ਜੀ ਨੇ 52 ਕਵੀ ਬੁਲਾਏ ਨੇ ਅਤੇ ਮਹਾਰਾਜ ਨੇ ਕਲਮ ਦਵਾਤ ਕਾਗਜ਼ ਦਿੱਤੇ ਨੇ ਸਾਰਿਆਂ ਨੂੰ। ਅਤੇ ਪਾਤਸ਼ਾਹ ਕਹਿੰਦੇ ਨੇ ਕਿ ਅੱਜ ਇੱਥੇ ਕਵਿਤਾ ਰਚ ਕੇ ਇੱਥੇ ਲਿਖੋ, ਇੱਥੇ ਹੀ ਸੁਣਾਓ। ਕੁਝ ਸਮਾਂ ਦਿੱਤਾ ਹੈ। ਕੁਝ ਸਮੇਂ ਦੇ ਬਾਅਦ ਸਤਿਗੁਰਾਂ ਨੇ ਆਵਾਜ਼ ਲਗਾਈ ਕਿ ਆਓ ਭਾਈ ਹੁਣ ਸਾਰੇ ਆਪਣੀ ਆਪਣੀ ਰਚਨਾ ਸੁਣਾਓ। ਤਾਂ ਉਹ ਮਹਾਨ ਕਵੀਆਂ ਦੇ ਵਿੱਚ ਚੰਦਨ ਕਵੀ ਜੀ ਜਿਹੜੇ ਸਨ, ਜਿਨ੍ਹਾਂ ਨੇ ਕਵਿਤਾ ਆਪਣੇ ਪੱਟ ਦੇ ਉੱਪਰ ਲਿਖ ਲਈ ਸੀ, ਸਤਿਗੁਰਾਂ ਦੇ ਦਿੱਤੇ ਹੋਏ ਕਾਗਜ਼ 'ਤੇ ਨਹੀਂ ਲਿਖੀ। ਮਨ ਵਿੱਚ ਖਿਆਲ ਆਏ ਸਨ ਕਿ ਇੰਨੀ ਅਜੀਮ ਇੰਨੀ ਮਹਾਨ ਰਚਨਾ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਦੇ ਅਰਥ ਨਹੀਂ ਆਉਣੇ, ਇਹਨਾਂ ਨੇ ਮੈਨੂੰ ਕੋਈ ਇਨਾਮ ਨਹੀਂ ਦੇਣਾ, ਇਹ ਕਵਿਤਾ ਮੈਂ ਕਿਸੇ ਰਾਜੇ ਨੂੰ ਸੁਣਾਵਾਂਗਾ ਜਾ ਕੇ, ਬੇਅੰਤ ਇਨਾਮ, ਢੇਰ ਸਾਰੇ ਇਨਾਮ ਪ੍ਰਾਪਤ ਕਰਾਂਗਾ। ਇਹ ਖਿਆਲ ਮਨ ਵਿੱਚ ਆਏ, ਕਵਿਤਾ ਪੱਟਾਂ 'ਤੇ ਲਿਖ ਲਈ। ਕਲਗੀਧਰ ਪਾਤਸ਼ਾਹ ਜੀ ਨੇ ਆਵਾਜ਼ ਮਾਰੀ, ਆਓ ਭਾਈ ਕਵਿਤਾ ਸੁਣਾਓ। ਅਤੇ ਮਹਾਰਾਜ ਬੜੇ ਹੀ ਮੁਸਕਰਾ ਕੇ ਅੰਦਾਜ਼ ਦੇ ਨਾਲ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਚੰਦਨ ਕਵੀ ਜੀ ਆਪਣੀ ਰਚਨਾ ਸਰਵਣ ਕਰਵਾਉਣਗੇ। ਅਤੇ ਚੰਦਨ ਕਵੀ ਜੀ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਮੈਨੂੰ ਤਾਂ ਕਵਿਤਾ ਪੂਰੀ ਨਹੀਂ, ਮੈਂ ਕੁਛ ਲਿਖ ਨਹੀਂ ਪਾਇਆ। ਤਾਂ ਮਹਾਰਾਜ ਕਹਿੰਦੇ ਕਿ ਤੁਸੀਂ ਤਾਂ ਬੜੇ ਮਹਾਨ ਕਵੀ ਹੋ, ਜੇ ਤੁਸੀਂ ਨਹੀਂ ਕੁਛ ਉਚਾਰ ਪਾਏ ਅਤੇ ਅੱਜ ਦਾ ਕਵੀ ਸੰਮੇਲਨ ਕੈਂਸਲ ਕਰਦੇ ਹਾਂ। ਆਪਾਂ ਜਮਨਾ 'ਤੇ ਆਓ ਸਾਰੇ ਮੇਰੇ ਨਾਲ, ਸਾਰੇ ਜਾਣੇ ਆ ਕੇ ਇਸ਼ਨਾਨ ਕਰਦੇ। ਇਸ਼ਨਾਨ ਕਰਕੇ ਆ ਕੇ ਫਿਰ ਆਪਾਂ ਕਵੀ ਸੰਮੇਲਨ ਦੁਬਾਰਾ ਆਰੰਭ ਕਰਾਂਗੇ। ਇੰਨੀ ਗੱਲ ਸੁਣ ਕੇ ਚੰਦਨ ਕਵੀ ਜੀ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਭੁੱਲ ਹੋ ਗਈ ਆ, ਮੇਰੇ ਮਨ ਵਿੱਚ ਦੋ ਖਿਆਲ ਆਏ ਸਨ, ਜਿਸ ਕਰਕੇ ਮੈਂ ਕਵਿਤਾ ਕਾਗਜ਼ ਦੇ ਉੱਪਰ ਨਹੀਂ ਲਿਖੀ। ਮਹਾਰਾਜ ਕਹਿੰਦੇ, ਕਿਹੜੇ ਖਿਆਲ ਆ ਗਏ ਤੇਰੇ ਮਨ ਵਿੱਚ? ਕਹਿੰਦਾ, ਸੱਚੇ ਪਾਤਸ਼ਾਹ ਇੱਕ ਤਾਂ ਇਹ ਖਿਆਲ ਆਇਆ ਕਿ ਮੇਰੀ ਇੰਨੀ ਅਜੀਮ ਮਹਾਨ ਰਚਨਾ ਜਿਹੜੀ ਹੈ, ਇਸ ਦੇ ਅਰਥ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਨਹੀਂ ਹੋਣੇ, ਫਿਰ ਇਹਨਾਂ ਨੇ ਇਸ ਦਾ ਕੋਈ ਇਨਾਮ ਕੋਈ ਮੈਨੂੰ ਪ੍ਰਾਪਤ ਨਹੀਂ ਹੋਣਾ, ਇਹਨਾਂ ਕੋਲੋਂ ਕਿਸੇ ਰਾਜੇ ਨੂੰ ਸੁਣਾ ਕੇ ਇਨਾਮ ਪ੍ਰਾਪਤ ਕਰਾਂਗਾ। ਮਹਾਰਾਜ ਕਹਿੰਦੇ, ਵਾਕਿਆ ਹੀ ਤੂੰ ਬੜਾ ਮਹਾਨ ਕਵੀ ਹੈ, ਤੇਰੀ ਕਵਿਤਾ ਦੇ ਅਰਥ ਅਸੀਂ ਨਹੀਂ ਕਰ ਸਕਦੇ। ਸਤਿਗੁਰਾਂ ਨੇ ਆਪਣੇ ਸੇਵਕ ਭਾਈ ਧੰਨਾ ਸਿੰਘ ਜੀ, ਜੋ ਸਤਿਗੁਰਾਂ ਦੇ ਘੋੜੇ ਦੀ ਸੇਵਾ ਕਰਦੇ ਸਨ, ਮਹਾਰਾਜ ਨੇ ਬੁਲਾਇਆ। ਕਹਿੰਦੇ, ਧੰਨਾ ਸਿੰਘ ਜੀ, ਅੱਜ ਚੰਦਨ ਕਵੀ ਜੀ ਦੀ ਇਸ ਮਹਾਨ ਰਚਨਾ ਦੇ ਅਰਥ, ਜਿਹੜੀ ਇਹਨਾਂ ਨੇ ਰਚਨਾ ਰਚੀ ਆ, ਇਹਦੇ ਅਰਥ ਅਸੀਂ ਵੀ ਨਹੀਂ ਕਰ ਸਕਦੇ, ਇਸ ਦੇ ਅਰਥ ਅੱਜ ਤੁਸੀਂ ਕਰੋਗੇ। ਧੰਨਾ ਸਿੰਘ ਜੀ ਨੇ ਹੱਥ ਜੋੜ ਕੇ ਸੀਸ ਝੁਕਾਇਆ। ਸਤਿਗੁਰਾਂ ਨੇ ਰਹਿਮਤ ਭਰਿਆ ਹੱਥ ਰੱਖਿਆ ਅਤੇ ਧੰਨਾ ਸਿੰਘ ਜੀ ਚੰਦਨ ਕਵੀ ਦੀ ਰਚਨਾ ਦੇ ਅਰਥ ਕਰਨ ਲੱਗੇ।
आओ चंदन कवि जी की कविता पहला सरवण करिए जो उन्होंने उस टाइम उचारण की है। बड़ी अजीम रचना है जिसनों सुन के गुरु गोबिंद सिंह साहब जी ने शाबाश दी सी। चंदन कवि जी कहते हैं, नौ सात तिए नौ सात किए, नौ सात पिए नौ सात पे आए, नौ सात रचे नौ सात भजे, नौ सात पिया पर दायक पाए। जीत कला नव सातन की, नव सातन के मुख अंचर छाए। मानो मेघ के मंडल में कवि चंदन चंद कलेवर छाए। ये रचना सुन के गुरु गोबिंद सिंह साहब जी ने भी वाह वाह किया, सारे कवियों ने वाह वाह किया। भाई धन्ना जी कहते, चंदन जी तुसी कवियों के राजे हो, बड़ी अजीम रचना रची है, हुण मैं इसके अर्थ करांगा। भाई धन्ना सिंह जी कहन लगे, चंदन जी ये कविता का अर्थ है नौ सात तिए, 9 ते 7 साल भाव 16 साल की इस्त्री, 9 सात किए 9 ते 7 16 श्रृंगार उसने अपने तन ते कीते हैं। 9 सात पिए 9 ते 7 16 साल का उसका पति, 9 सात पियाए 9 ते 7 16 महीनों बाद घर आया है। 9 सात रचे 9 सात भजे, उन्होंने 9 ते 7 16 कला वाली खेड चौपड़ की खेड जिहड़ी है वो खेडन लगे हैं। 9 सात पिया पर दायक पाए, 9 ते 7 साल का उसका जिहड़ा पति है उसने 9 ते 7 कला 16 कला वाली जिहड़ी गेम जिहड़ी खेड चौपड़ की उसकी बाजी मार लई, पर दायक पाए। जीत कला नव सातन की, जदों उस बाजी नूं 9 ते 7 साल दे 16 साल दे उसके पति ने उस बाजी नूं जित लिया है। नवसातन के मुख अंचर छाए, ते 9 ते 7 साल की उस इस्त्री के मुख ते शर्म के बदल छा गए। अगे तुसी क्या है, मानो मेघ के मंडल में कवि चंदन चंद कलेवर छाए। कहते तुसी उस दी रूप रेखा इंज बनाई है कि जिवें बदलों दे विच चंद है ते चंद नूं बदलों ने ढक लिया होवे। उस दे चेहरे ते उस हार की शर्म के कारण उन्हें अपने मुख नूं चुन्नी नाल ढक लिया। फिर इंज लगता है कि जिवें बदलों ने चंद नूं छुपा लिया होवे। सो ये तुहाडी कविता के अर्थ हैं। धन्ना सिंह जी के पासों ये अर्थ सुन के भाई चंदन जी कहन लगे कि ये अर्थ बिल्कुल ठीक हैं। हैरान होया एक घाइया घोड़े ते खरखरे मारन वाला मेरी अजीम रचना के अर्थ कर गया। भाई धन्ना सिंह जी कहते, गुरु की किरपा के नाल एक फुरना मैनू भी फुरिया है, हुण तुसीं भी उस दे अर्थ करो। अपनी रचना भाई धन्ना सिंह जी ने चंदन कवि के अगे रखी है। कहते, मीन मरै जल कै परसै, कबहू न मरै पर पावक पाए। हाथी मरै मध कै परसै, कबहू न मरै तन ताप ते आए। तिया मरै पिया कै परसै, कबहू न मरै पर देश सिधाए। गूढ़ मैं बात कही गिजराज, विचार सकै ना बिना चित लाए। भाई धन्ना सिंह जी कहते, तुसी कवियां दे राजे हो, बड़ी ही गंभीरता वाली गल तुसी लिखी ते बड़ी ही गंभीरता वाली गल मैं कही है। इस नूं बिना विचार चित लाए तो विचार नहीं सकिया जा सकता। सो तुसी इस कविता दे अर्थ करो। ते चंदन कवि हैरान हो गया कि मीन मरै जल कै परस है। जल दे परस जल दे स्पर्श के नाल कदी मच्छी मरदी नहीं है, क्योंकि मच्छी नूं तां जदों जल मिलदा ते उहनूं जीवन मिलता है। ते कबहू ना मरे पर पावक पाए। कहते इन्हां ने लिखिया है कि वह कभी भी नहीं मरदी, जदों उन्होंने बाहर सुट भावें दी अग भी सुट दिता जाए, बाहर कढ़ के सुट दिता जाए पानी तो मरदी नहीं है। कहते मच्छी तो पानी तो बगैर मरदी है, ये पानी के स्पर्श नाल मरन की गल करते हैं। हाथी मरे मध के परस है, कबहू ना मरे तन ताप ते आए। कहते हाथी नूं शराब जिन्नी पिया दो कभी मरदा नहीं, पर धन्ना सिंह कहते हैं हाथी मरे मध के परस है। धन्ना सिंह जी की इस कविता नूं सुन के हैरान हो गए ते अर्थ ना कर सके। फिर धन्ना सिंह जी ने इस कविता के अर्थ करके सुनाए ने। कहते चंदन जी, मीन मरै जल कै परसै, कबहू ना मरै पर पावक पाए। इस अर्थां दे नाल निअर्थ हो जाते हैं, जे विश्राम गलत लग जान तो अर्थां दे निअर्थ हो जाते हैं। कहते विश्राम सही तरीके दे नाल लगाओ, कविता के अपने आप अर्थ सामने आउणगे। कहते मीन मरै जल कै परसै कबहू ना,
ਮਰੈ ਪਰ ਪਾਵਕ ਪਾਏ। ਜਦੋਂ ਪਾਣੀ ਚੋਂ ਬਾਹਰ ਕੱਢ ਕੇ ਸੁੱਟ ਦਿਓ, ਮੱਛੀ ਤੜਫ ਤੜਫ ਕੇ ਮਰ ਜਾਂਦੀ ਹੈ, ਪਰ ਪਾਣੀ ਵਿੱਚ ਨਹੀਂ ਮਰਦੀ। ਹਾਥੀ ਮਰੈ ਮੱਧ ਕੇ ਪਰਸੈ ਕਬ ਹੂਣਾ, ਮਰੈ ਤਨ ਤਾਪ ਤੇ ਆਏ। ਹਾਥੀ ਕਦੀ ਵੀ ਸ਼ਰਾਬ ਨਾਲ ਨਹੀਂ ਮਰਦਾ, ਹਾਥੀ ਤਾਪ ਨਾਲ ਮਰਦਾ ਹੈ। ਜ਼ਿੰਦਗੀ ਦੇ ਵਿੱਚ ਇੱਕ ਵਾਰੀ ਹਾਥੀ ਨੂੰ ਤਾਪ ਚੜ੍ਹਦਾ ਹੈ, ਕਿਸੇ ਨੂੰ ਚੜ੍ਹਦਾ, ਅਤੇ ਉਹ ਤਾਪ ਉਹਦੀ ਮੌਤ ਦਾ ਕਾਰਨ ਬਣਦਾ ਹੈ। ਹਾਥੀ ਤਨ ਤੇ ਆਏ ਤਾਪ ਦੇ ਕਾਰਨ ਮਰਦਾ ਹੈ। ਤੀਆ ਮਰੈ ਪੀਆ ਕੈ ਪਰਸੈ ਕਬ ਹੂਣਾ, ਇਸਤਰੀ ਆਪਣੇ ਪਤੀ ਦੇ ਸਪਰਸ਼ ਵਿੱਚ ਕਦੀ ਨਹੀਂ ਮਰਦੀ। ਮਰਦੀ ਕਦੋਂ ਹੈ? ਮਰੈ ਪਰਦੇਸ ਸਿਧਾਏ, ਜਦੋਂ ਉਹ ਪਰਦੇਸ ਜਾਂਦਾ ਹੈ, ਉਹ ਵਿਜੋਗ ਵਿੱਚ ਵਿਛੋੜੇ ਵਿੱਚ ਮਰਦੀ ਹੈ। ਬੂੜ ਮੈਂ ਬਾਤ ਕਹੀ ਗਿਜਰਾਜ, ਵਿਚਾਰ ਸਕੇ ਨਾ ਬਿਨਾਂ ਚਿੱਤ ਲਾਏ। ਸੋ ਬਿਨਾਂ ਚਿੱਤ ਲਾਏ ਤੋਂ ਇਸ ਦੀ ਵਿਚਾਰ ਨਹੀਂ ਹੋ ਸਕਦੀ। ਗੁਰਬਾਣੀ ਵੀ ਗੁਰੂ ਸਾਧ ਸੰਗਤ ਜੀਓ ਵਿਸਰਾਮ ਦੇ ਨਾਲ ਹੀ ਅਰਥ ਸਪਸ਼ਟ ਹੁੰਦੇ ਹਨ। ਕੋਈ ਵੀ ਰਚਨਾ ਜਿਹੜੀ ਹੈ ਉਹ ਅਰਥਾਂ ਦੇ ਨਾਲ ਸਪਸ਼ਟ ਹੁੰਦੀ ਹੈ। ਸੋ ਗੁਰੂ ਕਿਰਪਾ ਕਰੇ, ਗੁਰੂ ਦਾ ਉਪਦੇਸ਼, ਗੁਰੂ ਦੀ ਬਾਣੀ, ਗੁਰੂ ਦਾ ਪਿਆਰ ਸਾਡੇ ਸਾਰਿਆਂ 'ਚ ਵਸੇ। ਅਗਲੇ ਪ੍ਰਸੰਗ ਵਿੱਚ ਅਗਲੀਆਂ ਵਿਚਾਰਾਂ ਸਾਂਝੀਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।